ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ 'ਤੇ ਅਰਥ ਕਰਾਂਗੇ। ਅੱਜ ਰਾਗੌੜੀ ਅਸਤੀਆਂ ਮਹੱਲੇ ਪਹਿਲੇ ਦੀ ਵਾਰੀ ਹੈ ਜੀ ਅਤੇ ਪਹਿਲੇ ਸ਼ਬਦ ਦੀ ਵਾਰੀ ਹੈ ਜੀ। ਰਾਗੌੜੀ ਅਸਤੀਆਂ ਮਹੱਲਾ ਪਹਿਲਾ। ਗੌੜੀ ਗਵਾਰੇਰੀ ਏਕ ਓਂਕਾਰ ਸਤਿਨਾਮ ਕਰਤਾ ਪੁਰਖ ਗੁਰ ਪ੍ਰਸਾਦ। ਨਿੱਧ ਸਿੱਧ ਨਿਰਮਲ ਨਾਮ ਵਿਚਾਰ ਪੂਰਨ ਪੂਰ ਰਿਹਾ ਬਿਖਮਾਰ। ਤ੍ਰਿਕਟੀ ਛੂਟੀ ਬਿਮਲ ਮਜਾਰ ਗੁਰ ਕੀ ਮਤ ਜਾਏ ਆਇਕਾਰ। ਇਨ ਬਿਦ ਰਾਮ ਰਮਤ ਮਨ ਮਾਨਿਆ ਗਿਆਨ ਅੰਜਨ ਗੁਰ ਸ਼ਬਦ ਪਛਾਨਿਆ। ਰਹਾਓ ਏ ਸੁਖ ਮਾਨਿਆ ਸਹਿਜ ਮਿਲਾਇਆ ਨਿਰਮਲ ਬਾਣੀ ਭਰਮ ਚੁਕਾਇਆ। ਲਾਲ ਭਏ ਸੂਹਾ ਰੰਗ ਮਾਇਆ ਨਦਰ ਭਈ ਬਿਖ ਠਾਕ ਰਹਾਇਆ। ਉਲਟ ਭਈ ਜੀਵਤ ਮਰ ਜਾਗਿਆ ਸ਼ਬਦ ਰਵੇ ਮਨ ਹਰ ਸਿਉ ਲਾਗਿਆ। ਰਸ ਸੰਗ੍ਰਹਿ ਬਿਖ ਪਰ ਹਰ ਤਿਆਗਿਆ ਭਾਏ ਬਸੇ ਜਮ ਕਾ ਪੋ ਭਾਗਿਆ। ਸਾਧ ਰਹੇ ਬਾਂਧ ਅਹੰਕਾਰਾ ਚਿਤ ਹਰ ਸਿਉ ਰਾਤਾ ਹੁਕਮ ਅਪਾਰਾ। ਜਾਤ ਰਹੇ ਪਤ ਕੇ ਆਚਾਰਾ ਦ੍ਰਿਸ਼ਟ ਪਏ ਸੁਖ ਆਤਮ ਤਾਰਾ। ਤੁਝ ਬਿਨ ਕੋ ਨ ਦੇਖਿਓ ਮੀਤ ਕਿਸ ਸੇਵਿਓ ਕਿਸ ਦੇਵਿਓ ਚੀਤ। ਕਿਸ ਪੁੱਛਿਓ ਕਿਸ ਲਾਗਿਓ ਪਾਏ ਕਿਸ ਉਪਦੇਸ ਰਹਾ ਲਿਵ ਲਾਏ। ਗੁਰ ਸੇਵੀ ਗੁਰ ਲਾਗਿਓ ਪਾਏ ਭਗਤ ਕਰੀ ਰਾਚਿਓ ਹਰ ਨਾਏ। ਸਿੱਖਿਆ ਦੇਖਿਆ ਭੋਜਨ ਪਾਓ ਹੁਕਮ ਸੰਜੋਗੀ ਨਿਜ ਘਰ ਜਾਓ। ਗਰਭ ਗੰਤ ਸੁਖ ਆਤਮ ਧਿਆਨਾ ਜੋਤ ਭਈ ਜੋਤੀ ਮੇਂ ਸਮਾਨਾ। ਲਿਖਤ ਮਿਟੇ ਨਹੀਂ ਸ਼ਬਦ ਨਿਸ਼ਾਨਾ ਕਰਤਾ ਕਰਨਾ ਕਰਤਾ ਜਾਨਾ। ਨੈ ਪੰਡਤ ਨੈ ਚਤਰ ਸਿਆਨਾ ਨੈ ਪੂਲੋ ਨੈ ਪਰਮ ਪਲਾਨਾ। ਕਥਿਓ ਨ ਕਥਨੀ ਹੁਕਮ ਪਛਾਨਾ ਨਾਨਕ ਗੁਰਮਤਿ ਸਹਿਜ ਸਮਾਨਾ। ਨੈ ਪੰਡਤ ਨੈ ਚਤਰ ਸਿਆਨਾ ਨੈ ਪੂਲੋ ਨੈ ਪਰਮ ਪਲਾਨਾ। ਕਥਿਓ ਨ ਕਥਨੀ ਹੁਕਮ ਪਛਾਨਾ ਨਾਨਕ ਗੁਰਮਤਿ ਸਹਿਜ ਸਮਾਨਾ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਗੁਰਮੁਖੋ ਪਰਮੇਸ਼ਰ ਦੇ ਨਿਰਮਲ ਵਿਚਾਰ ਭਾਵ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਰੂਪ ਵਿਚਾਰ ਮੇਰੇ ਲਈ ਰਿੱਧੀਆਂ ਅਤੇ ਸਿੱਧੀਆਂ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਬਿਖ ਮਾਰ ਭਾਵ ਵਿਸ਼ਿਆਂ ਰੂਪੀ ਜ਼ਹਿਰ ਨੂੰ ਮਾਰ ਕੇ ਮੈਨੂੰ ਹਰ ਪਾਸੇ ਉਸ ਪੂਰਨ ਪਰਮੇਸ਼ਰ ਹੀ ਵਿਆਪਦਾ ਦਿਸਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਦੋਂ ਨਿਰਮਲ ਰੂਪ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੇ ਵਿੱਚ ਮੇਰਾ ਮਨ ਜੁੜ ਗਿਆ ਜੀ। ਫਿਰ ਗੁਰੂ ਜੀ ਕਹਿੰਦੇ ਆ ਤਾਂ ਰੱਜੋ ਤਮੋ ਸਤੋ ਦੇ ਪ੍ਰਭਾਵ ਵਾਲੀ ਮਾਇਆ ਦੀ ਤ੍ਰਿਕਟੀ ਭਾਵ ਤ੍ਰੈ ਗੁਣਾ ਵਾਲੀ ਮੋਹ ਮਾਇਆ ਛੁੱਟ ਗਈ ਹੈ ਜੀ ਭਾਵ ਕਾਬੂ ਵਿੱਚ ਆ ਗਈ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਹ ਸਭ ਕੁਝ ਗੁਰੂ ਦੀ ਸਿੱਖਿਆ ਭਾਵ ਤਰਿਆ ਗੁਣੀ ਮੋਹ ਮਾਇਆਵੀ ਵਿਕਾਰ ਮੇਰੇ ਜੋ ਸਨ ਉਹ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਮੇਰੇ ਤੋਂ ਖਤਮ ਹੋ ਗਏ ਹਨ ਜੀ ਅਤੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਮੇਰੇ ਹਿਰਦੇ ਨੂੰ ਸੁੱਖਾਂ ਵਾਲਾ ਟਿਕ ਗਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਦਾ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਕਰਦਿਆਂ ਮੇਰਾ ਮਨ ਪਰਮੇਸ਼ਰ ਹਰ ਨਾਲ ਰਤਿਆ ਭਾਵ ਰੰਗਿਆ ਗਿਆ ਹੈ ਜੀ ਭਾਵ ਬਿਲਕੁਲ ਉਸ ਵਿੱਚ ਪਤੀਜ ਗਿਆ ਹੈ ਜੀ ਸਮਾ ਗਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰੂ ਦੇ ਗਿਆਨ ਅੰਜਨ ਭਾਵ ਗੁਰੂ ਦੇ ਸ਼ਬਦ ਦੁਆਰਾ ਮੈਂ ਪਰਮੇਸ਼ਰ ਹਰੀ ਨੂੰ ਪਹਿਚਾਨ ਲਿਆ ਹੈ ਜੀ ਭਾਵ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਮੈਂ ਆਪਣੇ ਆਪ ਨੂੰ ਪਛਾਣ ਕੇ ਅਤੇ ਗੁਰੂ ਜੋ ਸਾਡੇ ਅੰਦਰ ਹੈ ਜੀ ਉਸ ਨੂੰ ਵੀ ਪਛਾਣ ਲਿਆ ਹੈ ਜੀ।
ਉਸ ਨਾਲ ਵੀ ਲਿਵ ਲੱਗ ਗਈ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਮੈਨੂੰ ਪਰਮੇਸ਼ਰ ਨੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਸਹਿਜ ਗਿਆਨ ਦੁਆਰਾ ਆਪਣੇ ਨਾਲ ਮਿਲਾ ਲਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰੂ ਦੀ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਰੂਪ ਨਿਰਮਲ ਬਾਣੀ ਨੇ ਮੇਰੇ ਸਾਰੇ ਭਰਮ ਦੂਰ ਕਰ ਦਿੱਤੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਮੇਰਾ ਮਨ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੇ ਰੰਗਾਂ ਵਿੱਚ ਰਤਨ ਜਲੂਲਾ ਹੋ ਗਿਆ ਹੈ ਜੀ, ਰਤਾ ਗਿਆ ਹੈ ਜੀ। ਭਾਵ ਮੈਂ ਹੁਣ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਵਿੱਚ ਮੇਰਾ ਮਨ ਟਿਕ ਗਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੇ ਮਨ ਵਿੱਚ ਟਿਕਿਆ ਮੇਰੇ ਮਾਇਆ ਦੇ ਜੋ ਪ੍ਰਭਾਵ ਸਨ ਉਹ ਸਾਰੇ ਮੇਰੇ ਕਾਬੂ ਵਿੱਚ ਆ ਗਏ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਸ ਨਾਲ ਫਿਰ ਮੇਰੇ ਤੇ ਪਰਮੇਸ਼ਰ ਦੀ ਦ੍ਰਿਸ਼ਟੀ ਭਾਵ ਮਿਹਰ ਵਾਲੀ ਦ੍ਰਿਸ਼ਟੀ ਕਿਰਪਾ ਵਾਲੀ ਦ੍ਰਿਸ਼ਟੀ ਹੋ ਗਈ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਸ ਕਾਰਨ ਮੇਰੇ ਵਿਸ਼ੇ ਰੂਪੀ ਵਿਕਾਰ ਮੋਹ ਮਾਇਆ ਵਾਲੇ ਤ੍ਰੈ ਗੁਣਾ ਵਾਲੇ ਤ੍ਰਿਕਟੀ ਵਿਕਾਰ ਜ਼ਹਿਰ ਨੂੰ ਮੇਰੇ ਹਿਰਦੇ ਅਤੇ ਮਨ 'ਚ ਦਾਖਲ ਹੋਣ ਤੋਂ ਰੋਕ ਲਿਆ ਹੈ ਜੀ। ਭਾਵ ਉਹਨਾਂ ਨੂੰ ਮੈਂ ਖਤਮ ਕਰ ਦਿੱਤਾ ਹੈ ਜੀ। ਉਹ ਕਿਸ ਤਰ੍ਹਾਂ ਹੋਇਆ ਜੀ? ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ। ਫਿਰ ਗੁਰੂ ਜੀ ਕਹਿੰਦੇ ਹਨ ਮੇਰੀ ਸਮਝ ਇਸ ਸੰਸਾਰ ਵੱਲੋਂ ਹੁਣ ਉਲਟ ਪਈ ਭਾਵ ਪਰਤ ਗਈ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਅਤੇ ਮੇਰਾ ਮਨ ਆਤਮਿਕ ਸੁੱਖ ਅਤੇ ਅੰਦਰੋਂ ਹਿਰਦੇ ਵਿੱਚ ਇਹ ਸਮਝ ਆ ਗਈ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਮੇਰਾ ਮਨ ਉਸ ਪਰਮੇਸ਼ਰ ਨਾਲ ਜੁੜ ਸਕਦਾ ਹੈ ਜੀ ਔਰ ਜੁੜ ਗਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਅਤੇ ਹੁਣ ਮੈਂ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦਾ ਰਸ ਸੰਗ ਭਾਵ ਆਪਣੇ ਹਿਰਦੇ ਵਿੱਚ ਵਸਾ ਲਿਆ ਹੈ ਜੀ ਅਤੇ ਵਿਸ਼ਿਆਂ ਰੂਪੀ ਜ਼ਹਿਰ ਨੂੰ ਤਿਆਗ ਕੇ ਭਾਵ ਮਾਰ ਕੇ ਸੁੱਟ ਦਿੱਤਾ ਹੈ ਜੀ। ਭਾਵ ਵਿਸ਼ਿਆਂ ਰੂਪੀ ਜ਼ਹਿਰ ਭਾਵ ਮਾਇਆਵੀ ਵਿਕਾਰ ਰੱਜੋ ਸਤੋ ਤਮੋ ਤ੍ਰਿਕਟੀ ਤਿੰਨ ਗੁਣਾਂ ਵਾਲੀ ਮਾਇਆ ਨੂੰ ਮੈਂ ਖਤਮ ਕਰ ਦਿੱਤਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਪਰਮੇਸ਼ਰ ਦੇ ਪ੍ਰੇਮ ਕਰਕੇ ਮਿਹਰ ਕਰਕੇ ਮੇਰਾ ਜਮਾਂ ਦਾ ਡਰ ਦੂਰ ਹੋ ਗਿਆ ਹੈ ਜੀ। ਭਾਵ ਮੈਨੂੰ ਜਨਮ ਮਰਨ ਦਾ ਡਰ ਵੀ ਹੁਣ ਦੂਰ ਹੋ ਗਿਆ ਜੀ। ਫਿਰ ਗੁਰੂ ਜੀ ਕਹਿੰਦੇ ਹਨ ਹੁਣ ਮੇਰੇ ਲਈ ਸੰਸਾਰਿਕ ਪਦਾਰਥਾਂ ਦਾ ਤ੍ਰਿਸ਼ਨਾਵਾਂ ਦੇ ਸਵਾਦ ਵਾਦ ਵਿਵਾਦ ਤੇ ਹੰਕਾਰ ਆਦਿ ਸਭ ਖਤਮ ਹੋ ਗਏ ਹਨ ਜੀ, ਕਾਬੂ 'ਚ ਆ ਗਏ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਅਤੇ ਮੇਰਾ ਚਿੱਤ ਹਿਰਦਾ ਪਰਮੇਸ਼ਰ ਹਰ ਨਾਲ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਜੁੜ ਗਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਅਤੇ ਉਸ ਬੇਅੰਤ ਪਰਮੇਸ਼ਰ ਦੇ ਹੁਕਮ ਦੀ ਸੋਝੀ ਹੋ ਗਈ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਦਿਖਾਵਾ ਕੰਮ ਭਾਵ ਇਸ ਸੰਸਾਰ ਦੇ ਦਿਖਾਵੇ ਦੇ ਕੰਮ ਆਚਾਰ ਵਿਕਾਰ ਸਭ ਖਤਮ ਹੋ ਗਏ ਹਨ ਜੀ। ਫਿਰ ਗੁਰੂ ਜੀ ਕਹਿੰਦਾ ਜਦੋਂ ਪਰਮੇਸ਼ਰ ਦੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਮੇਰੇ ਤੇ ਹੋਈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਮੇਰੀ ਆਤਮਾ ਨੂੰ ਸੁੱਖ ਵਾਲਾ ਸਥਾਨ ਮਿਲਿਆ ਜੀ। ਸੁੱਖ ਮਿਲ ਗਿਆ ਜੀ, ਆਤਮਿਕ ਸੁੱਖ ਪ੍ਰਾਪਤ ਹੋ ਗਿਆ ਜੀ। ਫਿਰ ਗੁਰੂ ਜੀ ਕਹਿੰਦੇ ਹਨ ਹੇ ਪਰਮੇਸ਼ਰ ਮੈਨੂੰ ਤੇਰੇ ਤੋਂ ਬਿਨਾਂ ਕੋਈ ਵੀ ਆਪਣਾ ਸੱਚਾ ਨਿਰਮਲ ਮਿੱਤਰ ਨਹੀਂ ਦਿਸਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਤੇਰੇ ਤੋਂ ਬਿਨਾਂ ਮੈਂ ਕਿਸ ਦੀ ਸੇਵਾ ਕਰਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਰੂਪ ਗੁਰੂ ਦੀ ਹੀ ਚਰਨੀ ਲੱਗਣਾ ਹੈ ਜੀ। ਭਾਵ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਰੂਪ ਪਰਮੇਸ਼ਰ ਹਰ ਤੋਂ ਸਿਵਾ
ਮੈਂ ਕਿਸ ਪਾਸੇ ਲੱਗਾ ਜੀ, ਕਿਸ ਉਪਦੇਸ਼ ਨੂੰ ਅਪਣਾਵਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਮੇਰੇ ਹਿਰਦੇ 'ਚ ਵਸਣ ਕਰਕੇ ਹੁਣ ਮੇਰੇ ਅੰਦਰ ਤ੍ਰਿਟੀ, ਰਜੋ ਸਤੋ ਤਮੋ ਹੰਕਾਰ ਦੀ ਗਤੀ ਜੋ ਹੈ ਉਹ ਟੁੱਟ ਗਈ ਹੈ ਜੀ। ਭਾਵ ਮਾਇਆਵੀ ਵਿਕਾਰ ਕਾਬੂ ਵਿੱਚ ਆ ਗਏ ਹਨ ਜੀ, ਖਤਮ ਹੋ ਗਏ ਹਨ ਜੀ। ਫਿਰ ਗੁਰੂ ਜੀ ਕਹਿੰਦੇ ਨੇ ਅਤੇ ਮੇਰੇ ਮਨ ਸੁਰਤ ਨੂੰ ਆਤਮਿਕ ਸੁੱਖ ਦੀ ਪ੍ਰਾਪਤੀ ਹੋ ਗਈ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਕਿਉਂਕਿ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਮੈਂ ਮੇਰੀ ਛੋਟੀ ਜਿਹੀ ਜੋਤ ਉਸ ਪਰਮੇਸ਼ਰ ਰੂਪ ਮਹਾਨ ਜੋਤ ਵਿੱਚ ਸਮਾ ਗਈ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਹ ਕਿਸ ਤਰ੍ਹਾਂ ਸੰਭਵ ਹੋਇਆ ਹੈ ਜੀ। ਗੁਰੂ ਜੀ ਕਹਿੰਦੇ ਹਨ, ਇਹ ਸਭ ਨਿਰਮਲ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੀ ਬਰਕਤ ਅਤੇ ਪਰਮੇਸ਼ਰ ਦੀ ਮਿਹਰ ਕਿਰਪਾ ਦ੍ਰਿਸ਼ਟੀ ਕਾਰਨ ਸੰਭਵ ਹੋ ਸਕਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਅਤੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਆਪਣੇ ਆਪ ਨੂੰ ਪਛਾਣ ਕੇ ਮੈਂ ਉਸ ਹਰ ਨਾਲ ਮੇਰੀ ਲਿਵ ਲੱਗ ਗਈ ਹੈ ਜੀ ਅਤੇ ਮੈਨੂੰ ਪਰਮੇਸ਼ਰ ਦੇ ਹੁਕਮ ਦੀ ਸੋਝੀ ਹੋ ਗਈ ਹੈ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਵਿੱਚ ਗੁਰੂ ਜੀ ਦੱਸਦੇ ਹਨ ਕਿ ਸਾਡੇ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦਰਜ ਬਾਣੀ, ਗੁਰੂਆਂ ਦੀ ਸਿੱਖਿਆ ਹੀ ਸਾਡੇ ਵਾਸਤੇ ਮਾਰਗਦਰਸ਼ਨ ਵਿੱਚ ਸਹਾਇਕ ਹੁੰਦੀ ਹੈ ਜੀ। ਅਤੇ ਫਿਰ ਗੁਰੂ ਜੀ ਦੱਸਦੇ ਹਨ, ਮਾਇਆ ਦੇ ਪ੍ਰਭਾਵ ਤੋਂ ਜੀਵ ਮਨੁੱਖ ਖਲਾਸ ਹੋ ਸਕਦਾ ਹੈ ਜੀ ਅਤੇ ਮਨ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਵੱਲ ਲੱਗ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਸ ਮੋਹ ਮਾਇਆਵੀ ਵਿਕਾਰਾਂ ਵਾਲੇ ਸੁਰਤ ਤੋਂ, ਭਾਵ ਜੋ ਤ੍ਰੈ ਗੁਣੀ ਮਾਇਆ ਹੈ ਜੀ, ਰਜੋ ਸਤੋ ਤਮੋ, ਇਹ ਤ੍ਰੈ ਗੁਣੀ ਮਾਇਆ ਬਹੁਤ ਪ੍ਰਭਾਵ ਹੈ ਜੀ, ਸਭਨਾਂ ਜੀਆਂ 'ਤੇ ਪ੍ਰਭਾਵ ਹੈ ਜੀ। ਇਸ ਨੂੰ ਕਾਬੂ ਕਰਨਾ, ਖਤਮ ਕਰਨਾ ਤਾਂ ਹੀ ਸੰਭਵ ਹੈ ਜੀ ਜੇ ਅਸੀਂ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਨਾਲ ਜੁੜੀਏ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਨਾਲ ਹੀ ਅਸਲੀ ਨਿਰਮਲ ਪਵਿੱਤਰ ਸੱਚਾ ਆਤਮਿਕ ਸੁੱਖ ਪ੍ਰਾਪਤ ਹੁੰਦਾ ਹੈ ਜੀ ਅਤੇ ਇਸ ਤਰ੍ਹਾਂ ਦੀ ਪ੍ਰੇਮ ਭਗਤੀ ਵਿੱਚ ਮਗਨ ਹੋਣ ਨਾਲ ਸਾਰੇ ਮਨੋਵਿਕਾਰ ਦੂਰ ਹੋ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਅਤੇ ਇਹ ਛੋਟੀ ਜਿਹੀ ਜੀਵ ਦੀ ਜੋਤ ਉਸ ਪਰਮੇਸ਼ਰ ਦੀ ਬ੍ਰਹਮ ਜੋਤ ਵਿੱਚ ਸਮਾ ਜਾਂਦੀ ਹੈ ਜੀ ਅਤੇ ਇਹ ਸਹਿਜ ਦੀ ਅਵਸਥਾ ਹੈ ਜੀ ਜੋ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਸੰਭਵ ਹੈ ਜੀ ਅਤੇ ਉਸ ਪਰਮੇਸ਼ਰ ਦੇ ਹੁਕਮ ਦੀ ਸੋਝੀ ਹੋ ਜਾਂਦੀ ਹੈ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਨਿੱਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।